शौक दा ना मुल कोई नाले चाहत दा होना भी जरूरी है। ਅਸੀਂ ਦੋਵੇਂ ਹਸਬੈਂਡ ਵਾਈਫ ਨੇ ਅਸੀਂ ਫੈਮਿਲੀ ਨੇ ਸਾਡੀ ਨੇ ਰਿਅਲਾਈਜ਼ ਕੀਤਾ ਕਿ ਇਹ ਚੀਜ਼ਾਂ ਸਾਡੇ ਵਾਸਤੇ ਕਿੰਨੀਆਂ ਕੁ ਜ਼ਰੂਰੀ ਨੇ। ਰਸਤੇ 'ਚ ਆਉਣ ਮੁਸ਼ਕਿਲਾਂ ਤਾਂ ਵੀ ਅੱਗੇ ਵਧਣਾ ਜ਼ਰੂਰੀ ਹੈ। ਕੁਝ ਅਜਿਹੀ ਹੀ ਕਹਾਣੀ ਹੈ ਰਜਨੀ ਦੀ, ਜਿਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਣ ਦੇ ਨਾਲ ਉਹਨਾਂ ਦੀ ਉਮਰ ਵਧਾਉਣ ਦੀ ਅਜਿਹੀ ਠਾਣੀ ਕਿ ਹੁਣ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। घर दी चीज उगाई हुई तो जी घर दे विच ही बनाई हुई ਉਹਦਾ ਟੇਸਟ ਮੇਰੇ ਖਿਆਲ ਨਾਲ ਕੁਝ ਜ਼ਿਆਦਾ ਹੀ ਵੱਖਰਾ ਹੁੰਦਾ। ਟੋਟਲੀ ਡਿਫਰੈਂਟ ਹੁੰਦਾ ਹੈ ਜੀ ਔਰ ओरिजिनल ਚੀਜ਼ ਮਿਲਦੀ ਹੈ। ਰਜਨੀ ਕਿਵੇਂ ਇਹ ਸਭ ਕੁਝ ਕਰ ਰਹੀ ਹੈ ਵੇਖਦੇ ਹਾਂ। ਰਜਨੀ ਦੇ ਨਾਲ ਉਸ ਦਾ ਹਮਸਫਰ ਰਾਜੀਵ ਵੀ ਖੂਬ ਸਾਥ ਦੇ ਰਿਹਾ ਹੈ ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤਾਂ ਜੋ ਆਪਣੇ ਪਰਿਵਾਰ ਨੂੰ ਬਿਮਾਰੀਆਂ ਡਾਕਟਰਾਂ ਤੋਂ ਦੂਰ ਰੱਖ ਕੇ ਚੰਗੀ ਸਿਹਤ ਅਤੇ ਖੁਸ਼ੀਆਂ ਦਿੱਤੀਆਂ ਜਾਣ। ਇੱਕ ਬੈਂਗਣ ਦੇ ਹਲਕਾ ਦਾ ਕੋਈ ਨਿਸ਼ਾਨ ਹੋਵੇ ਆਪਾਂ ਇਹ ਖਰਾਬ ਹੈ, ਸਾਨੂੰ ਇਹ ਨਹੀਂ ਚਾਹੀਦਾ ਤੇ ਤੁਸੀਂ ਕੀੜੇ ਵਾਲੇ ਨੂੰ ਵੀ ਕਹਿ ਰਹੇ ਹੋ। ਉਹ ਸਾਡੀ ਮਾਨਸਿਕਤਾ ਹੈ ਕਿ ਅਗਰ ਇਹਨੂੰ ਕੀੜਾ ਨਹੀਂ ਲੱਗਿਆ ਹੋਇਆ ਤਾਂ ਇਹ ਜ਼ਿਆਦਾ ਵਧੀਆ ਹੋਊਗਾ, ਪਰ ਇਹ ਮੇਰੇ ਖਿਆਲ 'ਚ ਉਹ ਜ਼ਿਆਦਾ ਖਤਰਨਾਕ ਹੈ। ਹਰ ਇਨਸਾਨ ਦੀਆਂ ਅੱਖਾਂ ਦੋ ਨੇ ਤੇ ਦਿਮਾਗ ਵੀ ਦੋ ਨੇ, ਪਰ ਗੱਲ ਇਹ ਹੈ ਕਿ ਉਹ ਉਹਨਾਂ ਅੱਖਾਂ ਦਾ ਅਤੇ ਆਪਣੇ ਦਿਮਾਗ ਦੇ ਦੋ ਹਿੱਸਿਆਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਜਾਂ ਫਿਰ ਨੈਗੇਟਿਵ ਵੇ ਨਾਲ ਵੀ ਵੇਖਣਾ ਕਹਿ ਸਕਦੇ ਹਾਂ। ਸਾਡੇ ਨਾਲ ਅੱਜ ਦੋ ਉਹ ਇਨਸਾਨ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ ਅਤੇ ਆਖਿਰਕਾਰ ਉਹਨਾਂ ਦੀ ਅੱਖ ਖੁੱਲੀ ਤੇ ਫਿਰ ਮਹਿਸੂਸ ਹੋਇਆ ਕਿ ਕਿਉਂ ਨਾ ਕੁਝ ਚੰਗਾ ਕੀਤਾ ਜਾਵੇ, ਕਿਉਂ ਨਾ ਆਪਣੀ ਪੋਜ਼ਿਟਿਵ ਥਿੰਕਿੰਗ ਦੇ ਨਾਲ ਕੁਝ ਅਜਿਹਾ ਕਰਿਆ ਜਾਵੇ ਜਿਸ ਦੇ ਨਾਲ ਆਪਣੇ ਨਾਲ ਨਹੀਂ ਬਲਕਿ ਦੂਜਿਆਂ ਨੂੰ ਵੀ ਸੁਨੇਹਾ ਮਿਲੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਪਿੰਡ ਖਮਾਣੋ ਦੇ ਨੇ। ਮੇਰੇ ਨਾਲ ਮੌਜੂਦ ਨੇ ਰਜਨੀ ਜੀ ਤੇ ਉਹਨਾਂ ਦੇ ਪਤੀ ਰਾਜੀਵ ਜੀ। ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੂੰਗੀ ਕਿ ਹਰ ਇੱਕ ਇਨਸਾਨ ਇੱਕ ਚੀਜ਼ ਨੂੰ ਵੱਖ-ਵੱਖ ਤਰੀਕੇ ਨਾਲ ਵੇਖਦਾ ਹੈ। ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਵੇਖਿਆ ਤੇ ਕਿਸ ਤਰ੍ਹਾਂ ਇੱਕਦਮ ਦਿਮਾਗ ਦੇ ਵਿੱਚ ਆਇਆ ਵੀ ਨਹੀਂ ਇਹ ਚੀਜ਼ ਮੇਰੇ ਲਈ ਨਹੀਂ ਬਲਕਿ ਸਿਹਤ ਲਈ ਜ਼ਿਆਦਾ ਜ਼ਰੂਰੀ ਹੈ? ਮੈਮ ਐਕਚੁਅਲ ਦੇ ਵਿੱਚ ਹੋ ਗਏ 4-5 ਸਾਲ ਹੈ ਨਾ। ਐਕਚੁਅਲ ਮੇਰਾ ਬੁਟੀਕ ਹੈ। ਬੁਟੀਕ 'ਤੇ ਜਿਸ ਤਰ੍ਹਾਂ ਕਸਟਮਰਸ ਬਹੁਤ ਆਉਂਦੇ ਨੇ, ਇੱਕ ਵਾਰ ਕੀ ਹੋਇਆ ਕਿ ਬੈਂਗਨਾਂ ਦੀ ਅਸੀਂ ਗੱਲ ਕਰ ਰਹੇ ਸੀਗੇ ਤਾਂ ਇੱਕ ਸਾਡੇ ਕਸਟਮਰ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਬੈਂਗਨਾਂ ਦੇ ਵਿੱਚ ਇੰਨੀ ਹਾਰਮਫੁਲ ਸਪਰੇਅ ਕਰੀ ਜਾਂਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਰਮਫੁਲ ਹੁੰਦੀ ਹੈ। ਅਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਵੀ ਮੈਂ ਬੈਂਗਣ ਆਪਣੇ ਲਗਾ ਕੇ ਦੇਖਾਂ ਗਮਲਿਆਂ ਦੇ ਵਿੱਚ। ਫਿਰ ਬੈਂਗਨਾਂ ਤੋਂ ਸ਼ੁਰੂਆਤ ਕਰਦੇ ਹੁਣ ਮੈਂ ਆਪਣੇ 1500-1600 ਸਕੁਅਰ ਫੁੱਟ ਏਰੀਆ ਜਿਹਦੇ ਵਿੱਚ ਮੈਂ ਆਪਣੀਆਂ ਵੈਜੀਟੇਬਲਸ ਲਗਾਈਆਂ ਹੋਈਆਂ ਨੇ। ਸਾਰੀਆਂ ਵੈਜੀਟੇਬਲਸ ਅਸੀਂ ਆਪਣੇ ਟੈਰਿਸ ਤੋਂ ਹੀ ਯੂਜ਼ ਕਰਦੇ ਹਾਂ ਕਿਚਨ ਦੇ ਵਿੱਚ। ਰਾਜੀਵ ਜੀ, ਤੁਹਾਨੂੰ ਨਹੀਂ ਇੱਕ ਪਲ ਲੱਗਿਆ ਵੀ ਜੋ ਤੁਹਾਨੂੰ ਆਈਡੀਆ ਦੱਸਿਆ ਹੋਊਗਾ ਤੁਸੀਂ ਇਹ ਨਹੀਂ ਕਿਹਾ ਹੈਗਾ ਵੀ ਨਹੀਂ ਛੱਡ ਆਪਾਂ ਬਾਜ਼ਾਰੋਂ ਲੈ ਲੈਂਦੇ ਹਾਂ ਕੀ ਆ ਇੱਦਾਂ ਦਾ ਕੁਝ ਥੋਟ ਮਨ ਦੇ ਵਿੱਚ ਆਇਆ ਹੋਵੇ? ਨਹੀਂ, ਐਕਚੁਅਲ 'ਚ ਅਸੀਂ ਦੋਨੋਂ ਹੀ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਸੀਗੇ ਕਿ ਇਹ ਜਿਹੜੀ ਹੈਲਥ ਕੌਨਸ਼ੀਅਸ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ 'ਚ। ਜਿਹੜੀਆਂ ਦਵਾਈਆਂ ਹੁਣ ਸਾਨੂੰ ਸਪਰੇਹਾਂ ਮਿਲਦੀਆਂ ਨੇ ਫਸਲਾਂ 'ਤੇ, ਉਹ ਪਤਾ ਨਹੀਂ ਕਿੰਨੀਆਂ ਸਪਰੇਹਾਂ ਹੋ ਕੇ ਆਉਂਦੀਆਂ ਨੇ ਸਾਡੇ ਤੱਕ, ਅਤੇ ਉਹ ਜਦ ਤੱਕ ਸਾਡੇ ਤੱਕ ਸਬਜ਼ੀ ਕੋਈ ਪਹੁੰਚਦੀ ਹੈ ਤਾਂ ਉਹ ਜ਼ਹਿਰ ਬਣੀ ਹੁੰਦੀ ਹੈ। ਹੁਣ ਅਸੀਂ ਟੋਟਲੀ ਟੈਰਸ ਦੇ ਉੱਤੇ ਕਰਦੇ ਹਾਂ, ਔਰਗੈਨਿਕ ਹੈ, ਅਸੀਂ ਕਿਚਨ ਦੀ ਵੇਸਟ ਨੂੰ ਹੀ ਯੂਜ਼ ਕਰਦੇ ਹਾਂ। ਔਰ ਤਕਰੀਬਨ ਸੀਜ਼ਨ ਦੀ ਹਰ ਇੱਕ ਸਬਜ਼ੀ ਸਾਡੇ ਕੋਲ ਉੱਪਰ ਹੈਗੀ ਹੈ। ਉਹ ਸਬਜ਼ੀ ਦਾ ਸਾਨੂੰ ਇੱਕ ਬੈਨੀਫਿਟ ਮਿਲਦਾ, ਇੱਕ ਤਾਂ ਸਾਨੂੰ ਟੇਸਟ ਬਹੁਤ ਅੱਛਾ ਹੈ, 100% ਔਰਗੈਨਿਕ ਹੈ, ਇਹ ਸਿਹਤ ਵਾਸਤੇ ਵੀ ਠੀਕ ਰਹਿੰਦੀ ਹੈ। ਦੇਖੋ ਹੁਣ ਆਪਾਂ ਜੋ ਇੰਡੀਅਨ ਕਲਚਰ ਦੇ ਅਕੋਰਡਿੰਗ ਜਿਹੜੀਆਂ ਸਬਜ਼ੀਆਂ ਉਹ ਆਪਾਂ ਛੱਡ ਤਾਂ ਸਕਦੇ ਨਹੀਂ। ਇੱਥੇ ਦੋ ਗੱਲਾਂ ਹੋ ਗਿਆ ਰਾਜੀਵ ਜੀ, ਇੱਕ ਤਾਂ ਘਰ ਦੀ ਚੀਜ਼ ਉਗਾਈ ਹੋਈ, ਦੂਜੀ ਘਰ ਦੇ ਵਿੱਚ ਹੀ ਬਣਾਈ ਹੋਈ, ਉਹਦਾ ਟੇਸਟ ਮੇਰੇ ਖਿਆਲ ਨਾਲ ਕੁਝ ਜ਼ਿਆਦਾ ਹੀ ਵੱਖਰਾ ਹੁੰਦਾ। ਟੋਟਲੀ ਡਿਫਰੈਂਟ ਹੁੰਦਾ ਹੈ ਜੀ ਔਰ ओरिजिनल ਚੀਜ਼ ਮਿਲਦੀ ਹੈ। ਹੁਣ ਅਸੀਂ ਜਿਹੜੀਆਂ ਦਵਾਈਆਂ ਸਪਰੇਹਾਂ ਖੇਤੀ ਦੇ ਟਾਈਮ ਯੂਜ਼ ਕਰਦੇ ਹਾਂ, ਜੇ ਸਹੀ ਪੁੱਛੋ ਤਾਂ ਉਹ ਜ਼ਿਮੀਦਾਰ ਚਾਹੁੰਦਾ ਨਹੀਂ ਕਿ ਅਸੀਂ ਉਹ ਸਪਰੇਅ ਕਰੀਏ, ਕਿਉਂਕਿ ਅਕਸਰ ਨੂੰ ਉਹਨੇ ਵੀ ਖਾਣੀ ਹੈ। ਉਹਨੇ ਇੱਕ ਬਿਜ਼ਨਸ ਹੋ ਗਿਆ ਥੋੜ੍ਹਾ ਜਿਹਾ
ਆ ਜਾਣਗੇ ਲੋਕ ਥੋੜੇ ਹੌਲੀ ਹੌਲੀ ਲਾਈਨ ਤੇ। ਜਿਵੇਂ ਅਸੀਂ ਅੱਜ ਰਿਅਲਾਈਜ਼ ਕਰਦੇ ਹਾਂ ਕਿ ਆਰਗੈਨਿਕ ਖਾਈਏ, ਸਾਫ਼ ਸੁਥਰਾ ਖਾਈਏ, ਸਿਹਤ ਵਾਸਤੇ ਵੀ ਉਹੀ ਡਾਕਟਰਾਂ ਤੋਂ ਬਚਣ ਵਾਸਤੇ ਹੀ ਤਾਂ ਆਪਾਂ ਆਰਗੈਨਿਕ ਚੀਜ਼ਾਂ ਪਸੰਦ ਕਰਦੇ ਹਾਂ। ਜਿੱਥੇ ਤੱਕ ਅਸੀਂ ਦੋਵੇਂ ਹਸਬੈਂਡ ਵਾਈਫ ਨੇ, ਅਸੀਂ ਫੈਮਿਲੀ ਨੇ, ਸਾਡੀ ਨੇ ਰਿਅਲਾਈਜ਼ ਕੀਤਾ ਕਿ ਇਹ ਚੀਜ਼ਾਂ ਸਾਡੇ ਵਾਸਤੇ ਕਿੰਨੀਆਂ ਕੁ ਜ਼ਰੂਰੀ ਨੇ। ਜ਼ਹਿਰ ਖਾਣ ਨਾਲੋਂ ਚੰਗਾ ਆਰਗੈਨਿਕ ਘਰ ਦੀ ਹੀ ਖਾਓ। ਟਾਈਮ ਸੋਹਣਾ ਸਪੈਂਡ ਹੁੰਦਾ ਹੈ ਔਰ ਮਨ ਲੱਗਦਾ ਜਦ ਤੁਸੀਂ ਆਪਣੇ ਥੋੜ੍ਹੀ ਹੌਲੀ ਹੌਲੀ ਰੋਜ਼ ਦੇਖਦੇ ਹੋ ਇੱਕ ਸਬਜ਼ੀ ਇੱਕ ਤਿਆਰ ਹੁੰਦਾ ਬੂਟਾ, ਤਾਂ ਤੁਹਾਨੂੰ ਖੁਸ਼ੀ ਵੀ ਮਿਲਦੀ ਹੈ ਕਿ ਮੈਂ ਇੰਨਾ ਕੁਛ ਕਰ ਸਕਦੇ ਹਾਂ, ਹੈ ਨਾ। ਅਸੀਂ ਤਕਰੀਬਨ ਹਸਬੈਂਡ ਵਾਈਫ ਦੋਨੋਂ ਹੀ 2 ਘੰਟੇ ਸਵੇਰੇ ਲਾਉਂਦੇ ਹੀ ਹਾਂ। ਦਿੱਕਤ ਪਹਿਲਾਂ ਆਈ ਹੋਵੇ ਕੁਝ ਥੋੜਾ ਬਹੁਤਾ? ਸਟਾਰਟਿੰਗ 'ਚ ਦੇਖੋ ਆਉਂਦੀ ਹੈ, ਟਾਈਮ ਘੱਟ ਵੱਧ ਲੱਗਦਾ। ਹੁਣ ਗਰਮੀ ਹੈ, ਗਰਮੀ 'ਚ ਪਾਣੀ ਜ਼ਿਆਦਾ, ਬੂਟਿਆਂ ਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਨਾ। ਪਰ ਨਹੀਂ, ਹੁਣ ਯੂਜ਼ ਟੂ ਹੋ ਗਏ, 5-6 ਸਾਲ ਹੋ ਗਏ ਇਸ ਕੰਮ ਨੂੰ। ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆਪਾਂ ਵੀ ਜਦੋਂ ਆਪਾਂ ਕਿਸੇ ਵੀ ਬੂਟੇ ਨਾਲ ਗੱਲਬਾਤ ਕਰਦੇ ਹਾਂ ਤੇ ਇੱਕ ਬੱਚਿਆਂ ਵਰਗਾ ਪਿਆਰ ਪੈਦਾ ਹੋ ਜਾਂਦਾ ਉਸ ਦੇ ਨਾਲ। ਤੇ ਜਿਵੇਂ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਇੱਕ ਨਾਲ ਆਪਾਂ ਗੱਲ ਕਰਾਂਗੇ, ਇੱਕ ਨਾਲ ਨਹੀਂ ਕਰਾਂਗੇ, ਕਦੇ ਤਾਂ ਮਹਿਸੂਸ ਹੋਇਆ ਵੀ ਹਾਂ ਇੱਕ ਬੂਟੇ ਨਾਲ ਤੁਸੀਂ ਜ਼ਿਆਦਾ ਟਾਈਮ ਸਪੈਂਡ ਕੀਤਾ ਹੋਵੇ, ਬੱਚਿਆਂ ਵਾਂਗ ਗੱਲਬਾਤ ਕੀਤੀ ਹੋ, ਮਨ ਹਲਕਾ ਕੀਤਾ ਹੋਵੇ? ਮੈਮ ਐਕਚੁਅਲ ਦੇ ਵਿੱਚ ਜਦੋਂ ਮੈਂ ਉੱਪਰ ਟੈਰਿਸ 'ਤੇ ਆਉਂਦੀ ਹਾਂ, ਮੈਂ ਪੂਰੇ ਆਪਣੇ ਟੈਰਿਸ 'ਚ ਘੁੰਮ ਕੇ ਜਾਂਦੀ ਹਾਂ। ਵੈਸੇ ਮੈਂ ਤੁਹਾਨੂੰ ਸਹੀ ਦੱਸਾਂ, ਮੈਨੂੰ ਆਪਣੀ ਸ਼ਿਮਲਾ ਮਿਰਚ ਨਾਲ ਬਹੁਤ ਲਗਾਵ ਹੈ। ਮਤਲਬ ਜਦੋਂ ਵੀ ਮੈਂ ਦਰਵਾਜ਼ਾ ਖੋਲ੍ਹਦੀ ਹਾਂ ਨਾ, ਮੈਂ ਉਹਨਾਂ ਨਾਲ ਗੱਲ ਕਰਕੇ ਮਤਲਬ ਉੱਥੇ ਤੋਂ ਕਈ ਵਾਰ ਤਾਂ ਵਾਪਸ ਚਲੀ ਜਾਂਦੀ ਹਾਂ ਕਿਉਂਕਿ ਧੁੱਪ ਬਹੁਤ ਹੁੰਦੀ ਹੈ। ਬਟ ਇਹ ਹੈ ਕਿ ਮੈਂ ਸੁਬਹ ਔਰ ਰਾਤ ਨੂੰ, ਮਤਲਬ ਐਕਚੁਅਲ ਦੇ ਵਿੱਚ ਮੈਂ ਰਾਤ ਨੂੰ ਲੇਟ ਹੋ ਜਾਂਦੀ ਹਾਂ। ਰਾਤ ਅਸੀਂ ਗਏ ਹੋਏ ਸੀਗੇ ਅਤੇ ਰਾਤ ਮੈਂ 8 ਵਜੇ ਪਾਣੀ ਪਾਇਆ ਇਹਨਾਂ ਨੂੰ ਆ ਕੇ। ਬਟ ਇਹ ਹੈ ਕਿ ਮਿਲ ਕੇ ਜ਼ਰੂਰ ਜਾਂਦੀ ਹਾਂ ਸਾਰਿਆਂ ਨੂੰ। ਜਿਹੜਾ ਸਾਡਾ ਲਗਾਵ ਹੈ ਬੂਟਿਆਂ ਨਾਲ, ਇਹ ਹੋਣਾ ਹੀ ਚਾਹੀਦਾ। ਇਹ 'ਚ ਤੁਸੀਂ ਮੇਰੀ ਚੀਜ਼ ਨੂੰ ਇਹ ਰਿਅਲਾਈਜ਼ ਕਰੋਗੇ ਕਿ ਜਿੰਨਾ ਸਾਨੂੰ ਡਿਪਰੈਸ਼ਨ ਹੋ ਗਿਆ ਨਿਊਕਲੀਅਰ ਫੈਮਲੀਜ਼ ਹੋਣ ਕਰਕੇ, ਉਹਦਾ ਡਿਪਰੈਸ਼ਨ ਦੀ ਪ੍ਰੋਬਲਮ ਸਾਰੀ ਇਹ ਜਿਹੜੇ ਬੂਟੇ ਹੈ, ਗਮਲੇ ਹੈ, ਤੁਸੀਂ ਆਪਣੇ ਹੱਥੀਂ ਤਿਆਰ ਕਰਦੇ ਆ ਸਬਜ਼ੀਆਂ ਨੂੰ, ਉਹ ਤੁਹਾਨੂੰ ਬਹੁਤ ਰਿਲੈਕਸ ਕਰਦੇ ਨੇ। ਮਤਲਬ ਸਵੇਰ ਉੱਠਣ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਜਿਹੇ ਨੈਗੇਟਿਵ ਥਾਟ ਦਿਮਾਗ ਦੇ ਵਿੱਚ ਆਉਂਦੇ ਆ। ਸੋ ਇੱਕ ਹਰਿਆਲੀ ਨੂੰ ਦੇਖ ਕੇ ਨਾ ਮਨ ਵੀ ਖਿੜ ਉੱਠਦਾ ਵੀ ਹਾਂ ਇੱਕ ਪੋਜ਼ਿਟਿਵ એનર્ਜੀ ਸਾਡੇ ਤੱਕ ਸਵੇਰੇ ਹੀ। ਇੱਕ ਸਮਝ ਲਓ ਇਹ ਖੁਸ਼ੀ ਕਿਉਂ ਮਿਲਦੀ ਕਿ ਤੁਸੀਂ ਆਪਣੇ ਹੱਥੀਂ ਤਿਆਰ ਕੀਤੀਆਂ ਹੋਈਆਂ ਬੂਟੇ ਆ, ਜਦ ਫੁੱਲ ਖਿਲਦੇ ਆ ਤੁਹਾਨੂੰ ਐਂ ਲੱਗੂਗਾ ਕਿ ਇਹ ਸਾਡਾ ਆਪਣਾ ਮਨ ਵੀ ਉੱਦਾਂ ਹੀ ਖਿਲਦਾ ਹੈ ਨਾ। ਉਹ ਕਈ ਵਾਰ ਤਾਂ ਇੱਦਾਂ ਹੁੰਦਾ ਕਿ ਕੁਝ ਫੁੱਲ ਸਾਡੇ ਗਰਮੀਆਂ ਵਾਲੇ ਨੇ, ਉਹ ਪੂਰੀ ਸਰਦੀਆਂ 'ਚ ਨਹੀਂ ਆਉਂਦੇ, ਪਰ ਉਹਨਾਂ ਨੂੰ ਅਸੀਂ ਕੇਅਰ ਇੰਨੀ ਕਰਦੇ ਹਾਂ ਕਿ ਇਹਨਾਂ ਤੋਂ ਗਰਮੀਆਂ 'ਚ ਫੁੱਲ ਲੈਣੇ ਨੇ। ਜਦੋਂ ਗਰਮੀਆਂ 'ਚ ਖਿੜ ਗਏ, ਉਹ ਇੰਨੀ ਖੁਸ਼ੀ ਦਿੰਦੇ ਨੇ ਕਿ ਨਹੀਂ, ਇਹ ਸਾਡੀ ਪੂਰੇ 1 ਸਾਲ ਦੀ ਮਿਹਨਤ ਸੀਗੀ ਜਿਹਨੂੰ ਅਸੀਂ ਪਾਣੀ ਵੀ ਦਿੱਤਾ, ਖਾਦ ਵੀ ਦਿੱਤੀ ਹੈ ਨਾ। ਹੁਣ ਉਹ ਗਰਮੀਆਂ 'ਚ ਇੱਕ ਸਾਡਾ ਬੂਟਾ ਹੈਗਾ, ਉਹ ਪੂਰੀ ਸਰਦੀਆਂ 'ਚ ਕੁਝ ਨਹੀਂ ਕਰਦਾ, ਜਦ ਗਰਮੀ ਟੈਂਪਰੇਚਰ ਵੱਧਦਾ ਜਦ ਉਹ ਫਲਾਵਰ ਦਿੰਦਾ। ਅੱਜ ਦੀ ਸਾਡੀ ਜ਼ਿੰਦਗੀ ਸਿਰਫ ਅਸੀਂ ਪੈਸਾ ਕਮਾਉਣ ਦੇ ਪਿੱਛੇ ਭੱਜ ਰਹੇ ਹਾਂ, ਪਰ ਤੁਹਾਨੂੰ ਦੇਖ ਕੇ ਇਦਾਂ ਨਹੀਂ ਲੱਗਦਾ ਤੁਸੀਂ ਸਿਰਫ ਪੈਸੇ ਪਿੱਛੇ ਹੋ। ਕਿਉਂਕਿ ਆਪਣਾ ਖਿਆਲ ਰੱਖਣਾ, ਕੁਦਰਤ ਨੂੰ ਟਾਈਮ ਦੇਣਾ ਤੇ ਖਾਸ ਕਰ ਉਹ ਬੱਚਿਆਂ ਵਾਂਗੂ ਪਲੋਸਣਾ ਇਹਨਾਂ ਪੌਦਿਆਂ ਨੂੰ। ਮੈਮ ਇਹ ਮਾਈਂਡ 'ਚ ਤੁਹਾਨੂੰ ਲਿਆਉਣਾ ਹੀ ਪਊਗਾ ਕਿ ਪੈਸਾ ਸਾਰਾ ਕੁਝ ਨਹੀਂ ਹੈ। ਜ਼ਿੰਦਗੀ 'ਚ ਸਕੂਨ ਬਹੁਤ ਜ਼ਰੂਰੀ ਹੈ, ਔਰ ਸਕੂਨ ਸਾਨੂੰ ਕਿਸ ਚੀਜ਼ ਤੋਂ ਮਿਲਦਾ, ਬਸ ਉਹ ਤੁਹਾਨੂੰ ਲੱਭਣ ਦੀ ਲੋੜ ਹੈ। ਦੇਖੋ, ਜੇ ਤੁਹਾਡੇ ਘਰ ਦੇ ਵਿੱਚ ਤੁਸੀਂ ਪੌਦਿਆਂ ਨਾਲ ਹੀ ਪਿਆਰ ਪਾ ਲੈਂਦੇ ਹੋ, ਤੁਹਾਨੂੰ ਸਕੂਨ ਮਿਲਣ ਲੱਗ ਜਾਏ ਉਹ ਬੂਟਿਆਂ ਤੋਂ, ਫਿਰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕਿ ਸਾਨੂੰ ਡਿਪਰੈਸ਼ਨ ਦੀਆਂ ਗੋਲੀਆਂ ਦਵਾਈ ਖਾਣੀ ਪਵੇਗੀ ਜੀ ਮੈਂ ਰਿਲੈਕਸ ਹੋਣਾ ਹੈ। ਹੁਣ ਵੀ ਕੀ ਹੁੰਦਾ ਕਿ ਉਰੇ ਇੱਕ ਨਾ ਮੰਜਾ ਪਿਆ ਹੋਇਆ, ਮੈਂ ਲੰਚ ਕਰਨ ਤੋਂ ਬਾਅਦ ਨਾ ਮੈਨੂੰ ਇੰਝ ਹੁੰਦਾ ਕਿ ਜਦੋਂ ਦੀ ਇਹ ਨੈਟ ਲੱਗੀ ਹੈ ਨਾ, ਮਤਲਬ ਮੈਨੂੰ ਇੰਝ ਹੁੰਦਾ ਕਿ ਮੈਂ ਆਪਣੇ ਟਮਾਟਰਾਂ ਦੇ ਕੋਲ ਮੰਜਾ ਢਾ ਕੇ ਨਾ 10 ਮਿੰਟ ਵਾਸਤੇ ਲੇਟ ਕੇ ਆਵਾਂ ਦੁਪਹਿਰ ਦੇ ਟਾਈਮ। ਅਟੈਚਮੈਂਟ ਵੀ ਨਹੀਂ ਵੀ ਹੁਣ ਮੈਨੂੰ ਟਾਈਮ ਮਿਲਿਆ ਬਸ ਮੈਂ ਫਟਾਫਟ ਚਲੇ ਜਾਵਾਂ। ਨਹੀਂ, ਉਹ ਤਾਂ ਤੁਹਾਡੀ ਗੱਲ ਸਹੀ ਹੈ, ਉਹ ਜ਼ਰੂਰ ਹੁੰਦਾ ਜੀ, ਇਹ ਤਾਂ ਗੱਲ ਹੁੰਦੀ ਹੈ। ਅਕਸਰ ਹੀ ਆਪਾਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਵੀ ਕਿੰਨਾ ਕੂੜਾ ਕਰਕਟ ਪਿਆ ਰਹਿੰਦਾ ਹੈ ਨਾ। ਹਰ ਇੱਕ ਨੂੰ ਇਹ ਸ਼ਿਕਾਇਤ ਹੁੰਦੀ ਹੈ ਵੀ ਕੂੜਾ ਇੱਥੇ ਨਾ ਸਿੱਟੋ, ਕੂੜਾ ਇੱਥੇ ਨਾ ਸਿੱਟੋ, ਪਰ ਕੋਈ ਇਹ ਨਹੀਂ ਸੋਚਦਾ ਵੀ ਅਸੀਂ ਉਸ ਨੂੰ ਵਰਤ ਕਿੱਦਾਂ ਲਈਏ। ਤੁਹਾਡੇ ਦਿਮਾਗ 'ਚ ਇਹ ਚੀਜ਼ ਕਿੱਦਾਂ ਆਈ ਫਿਰ? ਮੈਂ ਇੱਕ ਡੰਪ ਲਗਾਇਆ ਹੋਇਆ, ਆਪਣੇ ਕੋਲ ਢੋਲ ਹੈ ਮੇਰੇ ਪਾਸ। ਮੈਂ ਆਪਣਾ ਕਿਚਨ ਦਾ ਜਿੰਨਾ ਵੀ ਛਿਲਕੇ ਜੋ ਵੀ ਹੁੰਦਾ ਨਾ, ਸਬਜ਼ੀਆਂ, ਕੱਚੀਆਂ ਸਬਜ਼ੀਆਂ, ਫਰੂਟਸ ਦੇ ਛਿਲਕੇ, ਜੋ ਵੀ ਮਤਲਬ ਕਿਚਨ ਦਾ ਵੇਸਟ ਹੁੰਦਾ ਉਹ ਸਾਰਾ ਮੈਂ ਆਪਣੇ ਡੰਪ 'ਚ ਪਾਉਂਦੀ ਹਾਂ। ਹਾਲਾਂਕਿ ਜਿੱਦਾਂ ਅਸੀਂ ਝਾੜੂ ਵਗੈਰਾ ਮਤਲਬ ਲਗਾਉਂਦੇ ਹਾਂ ਨਾ, ਉਹਦੀ ਮਿੱਟੀ ਵੀ ਹੁੰਦੀ ਹੈ, ਉਹ ਵੀ ਮੈਂ ਆਪਣੇ। ਮਤਲਬ ਮੈਮ ਤੁਸੀਂ ਸ਼ੁਰੂ ਤੋਂ ਹੀ ਇੱਦਾਂ ਕਰਦੇ ਸੀ ਜਾਂ ਸਿਰਫ ਇਹਨਾਂ ਬੂਟਿਆਂ ਲਈ ਤੁਹਾਡੇ ਦਿਮਾਗ 'ਚ ਆਇਆ ਇੱਦਾਂ? ਨਹੀਂ ਮੈਮ, ਇਹਨਾਂ ਬੂਟਿਆਂ ਦੇ ਨਾਲ ਹੀ ਆਇਆ, ਸ਼ੁਰੂ ਤੋਂ ਤਾਂ ਨਹੀਂ ਖੈਰ ਕਰਦੇ ਸੀਗੇ, ਮਤਲਬ ਮੈਨੂੰ ਹੋ ਗਏ 5 ਸਾਲ। ਹਾਂ, ਐਕਚੁਅਲੀ YouTube ਵਗੈਰਾ ਦੇਖਦੀ ਸੀ ਤਾਂ ਉਹ ਤੋਂ ਨੌਲੇਜ ਹੁੰਦੀ ਗਈ। ਇੱਕ ਚੀਜ਼ ਨਾਲ ਤੁਸੀਂ 2 ਫਾਇਦੇ ਲੈ ਰਹੇ ਹੋ, ਇੱਕ ਸਾਫ਼ ਸਫਾਈ ਲਈ ਮਤਲਬ ਕੂੜਾ ਘਰ ਤੋਂ ਬਾਹਰ ਨਹੀਂ ਜਾਂਦਾ, ਤੇ ਦੂਜਾ ਇਹਨਾਂ ਬੂਟਿਆਂ ਨੂੰ ਹੀ ਉਹ ਪੂਰੀ ਖੁਰਾਕ ਮਿਲਦੀ। ਹਾਂਜੀ ਸਰ, ਤੁਸੀਂ ਹੁਣ ਇਹ ਨਹੀਂ ਸੋਚਿਆ ਵੀ ਤੁਸੀਂ ਜੋ ਇਹ ਤੁਸੀਂ ਗਾਰਡਨਿੰਗ ਕਰ ਰਹੇ ਹੋ ਪ੍ਰੋਪਰ ਹੈ ਨਾ,
ਪੂਰੀ ਪਿਓਰ ਵੀ ਇਹਦਾ ਤੁਸੀਂ ਥੋੜਾ ਏਰੀਆ ਵਧਾ ਕੇ ਬਾਹਰ ਮੰਡੀ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਵੀ ਹੋਰਾਂ ਨੂੰ ਵੀ ਇਹ ਚੀਜ਼ ਵੱਧ ਤੋਂ ਵੱਧ ਮਿਲ ਸਕੇ? ਨਹੀਂ, ਇਹਦਾ ਸਿਰਫ ਉਪਰਾਲਾ ਇਹੀ ਹੈ ਕਿ ਅਸੀਂ ਆਪਣੇ ਘਰ ਵਾਸਤੇ ਇਹਨਾਂ ਨੂੰ ਯੂਜ਼ ਕਰ ਲਈ। ਕੋਈ ਟੈਰੇਸ ਹੈ, ਇੱਕ ਛੱਤ ਹੈ, ਇਹਦੇ ਤੇ ਵੀ ਅਸੀਂ ਇੱਕ ਲਿਮਟ ਦਾ ਹੀ ਪ੍ਰੈਸ਼ਰ ਪਾ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਬਾਹਰ ਖੁੱਲੀ ਜਗ੍ਹਾ ਲੈ ਕੇ ਕਿਤੇ ਇਹ ਸਭ ਕੁਝ ਦੇ ਵਿੱਚ ਸਾਡਾ ਬੁਟੀਕ ਹੈ ਜੀ। ਅਸੀਂ ਤਾਂ ਉਧਰ ਹੀ ਮਤਲਬ ਕਿਉਂਕਿ ਬੁਟੀਕ ਤੋਂ 3 ਤਾਂ ਘਰ ਦੇ ਵਿੱਚ ਮੈਂਬਰ ਹੈ ਤੇ ਮੈਂ, ਮੇਰੇ ਹਸਬੰਡ ਔਰ ਮੇਰਾ ਬੇਟਾ, ਤੇ ਅਸੀਂ ਐਵੇਂ ਨਹੀਂ ਕਰ ਸਕਦੇ। ਬਟ ਇਹ ਹੈ ਕੋਈ ਕਰਨਾ ਚਾਹੇ ਆਰਗੈਨਿਕ खेती ਕਰਨਾ ਚਾਹੇ, ਕੋਈ ਸਾਡਾ ਨੌਲੇਜ ਭਰਾ ਕਰਨਾ ਚਾਹੇ, ਐਪਰੀਸ਼ੀਏਟ ਵੀ ਕਰਾਂਗੇ, ਪੁਸ਼ ਵੀ ਕਰਾਂਗੇ ਕਿ ਕੋਈ ਹੈਲਪ ਲੈਣੀ ਸਾਡੇ ਵੱਲੋਂ ਅਸੀਂ ਉਹ ਵੀ ਕਰਾਂਗੇ। ਸਰ ਤੁਸੀਂ ਕਿਹਾ ਸੀਗਾ ਤੁਸੀਂ ਬਾਹਰ ਵੀ ਘੁੰਮੇ ਹੋ, ਪੈਰਿਸ ਤੁਸੀਂ ਰਹਿ ਕੇ ਆਏ ਹੋ, ਉੱਥੇ ਦਾ ਜੋ ਕਲਚਰ ਸੀਗਾ ਜਦੋਂ ਤੁਸੀਂ ਗਏ ਸੀਗੇ ਤੇ ਉਹ ਕਲਚਰ ਉੱਥੇ ਪਹਿਲਾਂ ਵਾਂਗੂ ਸੀਗਾ ਜਾਂ ਫਿਰ ਜੋ ਇੱਥੇ ਤੁਸੀਂ ਹੁਣ ਵੇਖ ਰਹੇ ਹੋ ਆਰਗੈਨਿਕ ਖੇਤੀ ਦਾ, ਇਹਦੇ ਵਿੱਚ ਮਤਲਬ ਤੁਹਾਨੂੰ ਕੀ ਚੇਂਜ ਲੱਗਿਆ ਕੁਝ? ਨਹੀਂ, ਸਾਡੇ ਲੋਕ ਵੀ ਹੁਣ ਬਾਹਰ ਜਾਣ ਲੱਗ ਗਏ, ਲੋਕ ਐਜੂਕੇਟਡ ਹੋ ਗਏ ਹੈ ਨਾ, ਤੇ ਰਿਲਾਈਜ਼ ਤਾਂ ਕਰਦੇ ਹਾਂ ਕਿ ਸਾਨੂੰ ਸਾਰੀਆਂ ਚੀਜ਼ਾਂ ਸ਼ੁੱਧ ਮਿਲਣ। ਅਸੀਂ ਈਵਨ ਕਿ ਕਿਤੇ ਸਾਡੀ ਵੀ ਨੇਚਰ ਹੈ ਕਿ ਅਸੀਂ ਬਾਜ਼ਾਰ 'ਚ ਜਾ ਕੇ ਅਗਰ ਸਪੋਜ਼ ਕਰੋ ਅਗਰ ਰਾਸ਼ਨ ਵੀ ਲੈਣ ਜਾਂਦੇ ਹਾਂ ਤਾਂ ਅਸੀਂ ਕਦੇ ਰਾਸ਼ਨ ਵਾਲੇ ਨੂੰ ਵੀ ਨਹੀਂ ਇਹ ਕਹਿੰਦੇ ਕਿ ਸਾਨੂੰ ਸਸਤੀ ਚੀਜ਼ ਦੇ ਉਹਨੂੰ ਕਹਿੰਦੇ ਕਿ ਬੈਸਟ ਦਾ ਬੈਸਟ ਦੇ। ਹੁਣ ਇਹ ਜਿਹੜੀਆਂ ਸਬਜ਼ੀਆਂ ਵੀ ਆ, ਹੁਣ ਤੁਹਾਨੂੰ ਤਾਂ ਪਤਾ ਨਹੀਂ ਹੈਗਾ ਵੀ ਉਹ ਪ੍ਰੋਸੈਸ ਹੋ ਕੇ ਕਿਵੇਂ ਆਈਆਂ ਨੇ, ਕਿਵੇਂ ਉਹ ਸ਼ਾਇਦ ਹੋ ਸਕਦਾ ਤੁਹਾਨੂੰ ਗੰਦੇ ਪਾਣੀ 'ਚ ਧੋ ਕੇ ਹੀ ਤੁਹਾਨੂੰ ਸਬਜ਼ੀਆਂ ਵਾਲੀ ਦੁਕਾਨ 'ਤੇ ਜਾ ਕੇ ਮਿਲਣ, ਤਾਂ ਤੁਸੀਂ ਉਹਨੂੰ ਘਰ ਆ ਕੇ ਪ੍ਰੋਪਰ ਵਾਸ਼ ਕਰਕੇ ਯੂਜ਼ ਕਰਦੇ ਹਾਂ। ਕੁਛ ਹੱਦ ਤੱਕ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ। ਹੁਣ ਕਰੋਨਾ ਕਾਲ ਹੈ, ਇਹ ਵੀ ਚੱਲਦਾ ਸਾਡਾ, ਇਹਦੇ 'ਚ ਵੀ ਤੁਸੀਂ ਹਾਈਜੀਨਿਕ ਜ਼ਿਆਦਾ ਹੋ ਗਏ ਲੋਕ, ਆਰਗੈਨਿਕ ਖੇਤੀ ਵੱਲ ਨੂੰ ਆਉਣਾ ਹੀ ਪਊਗਾ, ਸਬਜ਼ੀਆਂ ਵੱਲ ਨੂੰ ਆਉਣਾ ਹੀ ਪਊਗਾ। ਦੇਖੋ ਬਾਹਰ ਵੀ ਅਸੀਂ ਇਹ ਚੀਜ਼ ਨੂੰ ਪ੍ਰੀਮੀਅਮ ਕੁਆਲਿਟੀ ਆਰਗੈਨਿਕ ਹੈ। ਉੱਥੇ ਵੀ 2 ਤਰ੍ਹਾਂ ਦੇ ਸਟੋਰ ਬਣੇ ਹੋਏ ਨੇ। 2 ਤਰ੍ਹਾਂ ਦੇ ਸਟੋਰ ਕਿੱਦਾਂ ਦੇ ਬਣੇ ਹੋਏ? ਕਿਸੇ ਨੇ ਆਰਗੈਨਿਕ ਲੈਣੀ ਆ, ਸਟੋਰ ਹੈ ਉਹਦੇ 'ਚ ਅਗਰ ਉਹ $2 ਦਾ $3 ਦੀ ਚੀਜ਼ ਜਾਂ ਯੂਰੋ ਦੀ ਮਿਲਦੀ ਆ, ਤਾਂ ਜਿਹੜੀ ਆਰਗੈਨਿਕ ਹੈ ਉਹ ਥੋੜ੍ਹੀ ਜਿਹੀ ਉਹਦੇ ਨਾਲੋਂ $1-2 ਜਾਂ ਯੂਰੋ ਜ਼ਿਆਦਾ ਹੁੰਦੀ ਹੈ। ਰੀਜ਼ਨ ਕਿ ਉਹ ਅੱਛਾ ਲੋਕ ਉੱਥੇ ਹੈਲਥ ਕੌਨਸ਼ੀਅਸ ਬਹੁਤ ਨੇ, ਸਾਡੇ ਲੋਕ ਹਜੇ ਇਸ ਵੱਲ ਨੂੰ ਆ ਨਹੀਂ ਰਹੇ। ਹੁਣ ਆਪਾਂ ਕਿਤੇ ਵੀ ਜਾਂਦੇ ਹਾਂ, ਕੋਈ ਸਬਜ਼ੀ ਲੈਣ, ਕੋਈ ਫਰੂਟ, ਆਪਾਂ ਸਾਫ਼ ਸੁਥਰੀ ਚੀਜ਼ ਦੇਖਦੇ ਹਾਂ, ਬੇਸ਼ੱਕ ਉਹ ਮਹਿੰਗੀ ਹੋਵੇ। ਹੁਣ ਕਈ ਵਾਰ ਅਸੀਂ ਇਹ ਕਹਿੰਦੇ ਕਿ ਜੀ ਬਾਜ਼ਾਰੋਂ ਸਪੋਜ਼ ਕਰੋ ਆਪਾਂ ਬੈਂਗਣ ਲੈਣ ਜਾਂਦੇ, ਆਪਾਂ ਉਹਨੂੰ 4 ਵਾਰ ਘੁਮਾ ਕੇ ਦੇਖਦੇ ਹਾਂ ਆਲੇ ਦੁਆਲੇ ਵੀ ਇਹਨੂੰ ਕੋਈ ਕੀੜਾ ਤਾਂ ਨਹੀਂ ਲੱਗਿਆ ਹੋਇਆ, ਪਰ ਉਹਦੇ 'ਤੇ ਕੀੜਾ ਨਹੀਂ ਲੱਗਿਆ ਹੋਇਆ ਉਹ ਵੀ ਜ਼ਿਆਦਾ ਖਤਰਨਾਕ ਹੈ। ਰੀਜ਼ਨ ਕੀ ਹੈ ਕਿ ਜਦੋਂ ਬੈਂਗਣ ਚਮਕਦਾ ਸਾਫ਼ ਸੁਥਰਾ ਹੈ, ਕੋਈ ਕੀੜਾ ਨਹੀਂ ਲੱਗਿਆ, ਸਮਝ ਲਓ ਉਹਦੇ ਪਾਸ 7-8 ਸਪਰੇਆਂ ਹੋ ਗਈਆਂ ਤੁਹਾਡੀਆਂ, ਉਹਨੂੰ ਅਗਰ ਉਹਦੇ 'ਤੇ ਕੀੜਾ ਨਹੀਂ ਲੱਗਿਆ ਉਹ ਤੁਹਾਡੇ ਵਾਸਤੇ ਵੀ ਜ਼ਹਿਰ ਹੋ ਗਿਆ। ਈਵਨ ਕਿ ਮੈਂ ਤਾਂ ਇੱਕ ਇੰਨਾ ਕਹੂੰਗਾ ਕਿ ਬੈਂਗਣ ਨੂੰ ਜੇ ਤੁਹਾਨੂੰ ਕੀੜੇ ਵਾਲਾ ਬੈਂਗਣ ਮਿਲ ਜਾਂਦਾ ਹੈ, ਤੁਸੀਂ ਸਮਝੋ ਆਪਣੇ ਆਪ ਨੂੰ ਵੀ ਅਸੀਂ ਚੰਗੀ ਚੀਜ਼ ਲਿਆਏ। ਤੁਸੀਂ ਉਹ ਸਪਰੇਅ ਕਿੱਦਾਂ ਤਿਆਰ ਕਰਦੇ ਹੋ? ਐਕਚੁਅਲ ਦੇ ਵਿੱਚ ਮੈਮ ਜਿੱਦਾਂ ਲੱਸੀ ਲੈ ਲੈਣੀ ਹੈ, ਅਸੀਂ ਤਾਂ ਥੋੜ੍ਹੀ ਮਤਲਬ ਜਿੱਦਾਂ ਛੋਟੇ ਵਾਲਾ ਮਤਲਬ ਮੇਰੇ ਪਾਸ ਗੜਵੀ ਹੈ, ਇੱਕ ਗੜਵੀ ਦੇ ਵਿੱਚ ਮੈਂ ਲੱਸੀ ਪਾ ਕੇ 4-5 ਦਿਨ ਰੱਖ ਦੇਣੀ ਹੈ। ਜਦੋਂ ਉਸ ਤੋਂ ਬਾਅਦ ਉਸ ਦੇ ਉੱਪਰ ਨਾ ਪਰਪਲ ਜਿਹੇ ਕਲਰ ਦਾ ਬਣ ਜਾਂਦਾ ਸਾਈਡਸ 'ਤੇ, ਫਿਰ ਉਹ ਸਾਰਾ ਵਿੱਚੇ ਹੀ ਮਿਕਸ ਕਰ ਲੈਣਾ ਅਤੇ ਉਹਨੂੰ 1.5-2 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਾਰੇ ਮੈਂ ਪਲਾਂਟਸ ਦੇ ਉੱਪਰ ਮਤਲਬ ਸਪਰੇਅ ਕਰ ਦਿੰਦੀ ਹਾਂ, ਅਤੇ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕੋਈ ਮਰੋੜੀਆ ਰੋਗ ਜਾਂ ਕੋਈ ਕੀਟ ਪਤੰਗਾ ਕੋਈ ਨਹੀਂ ਆਉਂਦਾ ਉਸ 'ਤੇ। ਹੱਸਣਾ ਜ਼ਰੂਰੀ ਹੈ, ਖਿਆਲ ਰੱਖਣਾ ਜ਼ਰੂਰੀ ਹੈ, ਕੁਝ ਸਿੱਖਣਾ ਤੇ ਸਿਖਾਉਣਾ ਵੀ ਜ਼ਰੂਰੀ ਹੈ। ਇਵੇਂ ਹੀ ਨਹੀਂ, ਮੰਜ਼ਿਲ ਮਿਲਦੀ, ਰਸਤਾ ਬਣਾਉਣਾ ਵੀ ਜ਼ਰੂਰੀ ਹੈ।